ਸਤਿੰਦਰ ਜੈਨ ਦੀ ਗ੍ਰਿਫਤਾਰੀ ਦੀ ਤਾਂ ਗ੍ਰਿਫਤਾਰੀ ਤੇ ਹੁਣ ਸਿਆਸੀ ਘਮਾਸਾਨ ਲਗਾਤਾਰ ਛੱਡਦਾ ਨਜ਼ਰ ਆ ਰਿਹਾ। ਤਾਂ ਆਪ ਨੇ ਹੁਣ ਦਿੱਲੀ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ ਨੇ। ਜਦੋਂ ਮਨ ਕਰਦਾ ਹੈ ਝੂਠੇ ਇਲਜ਼ਾਮ ਲਗਾ ਕੇ ਜੇਲ੍ਹਾਂ ਵਿੱਚ ਭੇਜ ਦਿੰਦੇ ਨੇ। ਤਾਂ ਆਪ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਕਿ ਲਗਾਏ ਗਏ ਨੇ ਤਾਂ ਸਤਿੰਦਰ ਜੈਨ ਪੰਜਾਬ ਦੇ ਸਹਿ ਇੰਚਾਰਜ ਹਨ। ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਹਨ। ਇਹੀ ਅਸਲ ਵਜ੍ਹਾ ਹੈ ਕਿ ਆਖਰ ਕਦੋਂ ਤੱਕ ਬੀਜੇਪੀ ਦੀ ਇਹ ਤਾਨਾਸ਼ਾਹੀ ਚੱਲਦੀ ਰਹੇਗੀ। ਤਾਂ ਆਪ ਦੇ ਵੱਲੋਂ ਸਿੱਧਾ ਨਿਸ਼ਾਨੇ ਸਾਧਦੇ ਹੋਏ ਕੇਂਦਰ ਸਰਕਾਰ ਤੇ ਵੀ ਇਹ ਨਿਸ਼ਾਨਾ ਜਿਹੜਾ ਸਾਧਿਆ ਗਿਆ। ਤਾਂ ਬੀਜੇਪੀ ਦੇ ਪਾਪਾਂ ਦਾ ਕੜਾ ਹੁਣ ਭਰ ਚੁੱਕਾ ਹੈ। ਤਾਂ ਆਪ ਦੇ ਵੱਲੋਂ ਇਹ ਨਿਸ਼ਾਨੇ ਜਿਹੜੇ ਕਿ ਕੇਂਦਰ ਸਰਕਾਰ ਦੇ ਉੱਤੇ ਵੀ ਸਾਧੇ ਜਾ ਰਹੇ ਨੇ। ਤਾਂ ਹੁਣ ਗ੍ਰਿਫਤਾਰੀ ਜਿਹੜੀ ਕਿ ਸਤਿੰਦਰ ਜੈਨ ਦੀ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਉਸ ਤੇ ਹੁਣ ਜਿਹੜਾ ਕਿ ਸਿਆਸੀ ਘਮਾਸਾਨ ਸਾਫ਼-ਸਾਫ਼ ਛੱਡਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਕਾਰਵਾਈ ਤੇ ਆਪ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ, ਇਲਜ਼ਾਮ ਲਗਾਏ ਗਏ ਨੇ। ਉਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਮਨ ਕਰਦਾ ਹੈ ਤਾਂ ਝੂਠੇ ਇਲਜ਼ਾਮ ਲਗਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਸਤਿੰਦਰ ਜੈਨ ਪੰਜਾਬ ਦੇ ਸਹਿ ਇੰਚਾਰਜ ਹਨ। ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਹਨ। ਇਹੀ ਅਸਲ ਵਜ੍ਹਾ ਹੈ ਕਿ ਆਖਿਰ ਕਦੋਂ ਤੱਕ ਬੀਜੇਪੀ ਦੀ ਇਹ ਤਾਨਾਸ਼ਾਹੀ ਇੰਜ ਹੀ ਚੱਲਦੀ ਰਹੇਗੀ। ਤਾਂ ਬੀਤੇ ਦਿਨੀ ਜਿਵੇਂ ਕਿ ਕਈ ਆਪ ਦੇ ਆਗੂਆਂ ਨੂੰ ਜਿਹੜੇ ਕਿ ਈਡੀ ਦੇ ਵੱਲੋਂ ਰੇਡ ਕਰਕੇ ਹਿਰਾਸਤ ਦੇ ਵਿੱਚ ਲਿਆ ਗਿਆ। ਤਾਂ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਤਿੰਦਰ ਜੈਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਦਿੱਲੀ ਪੁਲਿਸ ਦੇ ਵੱਲੋਂ। ਤਾਂ ਉਧਰ ਹੀ ਆਪ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਨੇ, ਇਲਜ਼ਾਮ ਲਗਾਏ ਗਏ ਨੇ ਕਿ ਦਿੱਲੀ ਪੁਲਿਸ ਦੀ ਕਾਰਵਾਈ ਤੇ ਸਵਾਲ ਉਹਨਾਂ ਵੱਲੋਂ ਚੁੱਕੇ ਗਏ ਨੇ। ਆਪ ਦੇ ਵੱਲੋਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਮਨ ਕਰਦਾ ਹੈ ਝੂਠੇ ਇਲਜ਼ਾਮ ਲਗਾ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸਤਿੰਦਰ ਜੈਨ ਜੋ ਕਿ ਪੰਜਾਬ ਦੇ ਸਹਿ ਇੰਚਾਰਜ ਹਨ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਤਾਂ ਦਿੱਲੀ ਪੁਲਿਸ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ। ਤਾਂ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਹਨ ਤਾਂ ਪੰਜਾਬ ਦੇ ਵਿੱਚ ਚੋਣਾਂ ਦਾ ਵੀ ਜ਼ਿਕਰ ਆਪ ਦੇ ਵੱਲੋਂ ਕੀਤਾ ਗਿਆ। ਤਾਂ ਇਹੀ ਅਸਲ ਵਜ੍ਹਾ ਹੈ ਕਿ ਆਖਰ ਕਦੋਂ ਤੱਕ ਬੀਜੇਪੀ ਦੀ ਹੀ ਤਾਨਾਸ਼ਾਹੀ ਚੱਲਦੀ ਰਹੇਗੀ। ਤਾਂ ਆਪ ਦੇ ਵੱਲੋਂ ਵੱਡੇ ਨਿਸ਼ਾਨੇ ਜਿਹੜੇ ਸਾਧੇ ਗਏ ਨੇ ਤਾਂ ਇਲਜ਼ਾਮ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਪਰ ਵੀ ਇਸ ਗ੍ਰਿਫਤਾਰੀ ਨੂੰ ਲੈ ਕੇ ਲਗਾਏ ਜਾ ਰਹੇ ਨੇ ਆਪ ਦੇ ਵੱਲੋਂ। ਤਾਂ ਹੁਣ ਜਿੱਥੇ ਕਿ ਸਿਆਸੀ ਘਮਾਸਾਨ ਇਸ ਤੇ ਛੱਡਦਾ ਹੋਇਆ ਨਜ਼ਰ ਆ ਰਿਹਾ। ਸਤਿੰਦਰ ਜੈਨ ਦੀ ਗ੍ਰਿਫਤਾਰੀ ਜੋ ਕਿ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਸਤਿੰਦਰ ਜੈਨ ਜੋ ਕਿ 2015 ਤੇ 20 ਦੇ ਵਿੱਚ ਦਿੱਲੀ ਦੇ ਵਿੱਚ ਕੈਬਨਿਟ ਮੰਤਰੀ ਵੀ ਰਹੇ ਨੇ। ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕਿ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਤਾਂ ਸਿਹਤ ਗ੍ਰਹਿ ਉਦਯੋਗ ਸ਼ਹਿਰ ਵਿਕਾਸ ਵਿਭਾਗ ਵੀ ਉਹਨਾਂ ਦੇ ਕੋਲ ਸੀ, ਉਸ ਨੂੰ ਵੀ ਉਹਨਾਂ ਨੇ ਸੰਭਾਲਿਆ। ਤੇ ਜਿਵੇਂ ਗ੍ਰਾਫਿਕਸ ਦੇ ਜ਼ਰੀਏ ਵੀ ਤੁਸੀਂ ਸਮਝ ਪਾ ਰਹੇ ਹੋਵੋਗੇ ਤਾਂ PW ਤੇ ਬਿਜਲੀ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ ਸਤਿੰਦਰ ਜੈਨ। ਉਹ ਵੀ ਉਹਦਾ ਉਹਨਾਂ ਕੋਲ ਹੀ ਸੀ। ਤਾਂ ਇਹ ਵੀ ਜਿਹੜੀ ਕਿ ਜ਼ਿੰਮੇਵਾਰੀਆਂ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਨਿਭਾਈਆਂ ਗਈਆਂ। ਤਾਂ ਹੁਣ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਉਹਨਾਂ ਦੇ ਨਾਲ ਜੁੜੀ ਹੋਈ ਸਤਿੰਦਰ ਜੈਨ ਦੇ ਨਾਲ ਦਿੱਲੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਉਧਰ ਹੀ ਆਪ ਦੇ ਵੱਲੋਂ ਕੁਝ ਇਲਜ਼ਾਮ ਕੇਂਦਰ ਸਰਕਾਰ ਦੇ ਉੱਪਰ ਲਗਾਏ ਗਏ ਨੇ। ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਿਹੜਾ ਕਿ ਦਿੱਲੀ ਪੁਲਿਸ ਦੀ ਕਾਰਵਾਈ ਦੇ ਉੱਪਰ ਸਵਾਲ ਚੁੱਕੇ ਗਏ ਨੇ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਦੇਖੋ ਕਿ ਇਲਜ਼ਾਮ ਲਗਾ ਕੇ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਾਂਦਾ। ਸਤਿੰਦਰ ਜੈਨ ਜੋ ਕਿ ਪੰਜਾਬ ਦੇ ਸਹਿ ਇੰਚਾਰਜ ਹਨ ਉਹਨਾਂ ਦੇ ਨਾਲ ਵੀ ਇਹੀ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ, ਚੋਣਾਂ ਦਾ ਜ਼ਿਕਰ ਵੀ ਕੀਤਾ ਗਿਆ। ਤੇ ਇਹੀ ਅਸਲ ਵਜ੍ਹਾ ਹੋ ਸਕਦੀ ਹੈ ਕਿ ਆਖਿਰ ਕਦੋਂ ਤੱਕ ਬੀਜੇਪੀ ਦੀ ਇਹ ਤਾਨਾਸ਼ਾਹੀ ਚੱਲਦੀ ਰਹੇਗੀ। ਤਾਂ ਤਾਨਾਸ਼ਾਹੀ ਦਾ ਵੀ ਜ਼ਿਕਰ ਆਪ ਦੇ ਵੱਲੋਂ ਕੀਤਾ ਗਿਆ ਕਿ ਬੀਜੇਪੀ ਦੇ ਕੇਂਦਰ ਉੱਤੇ ਨਿਸ਼ਾਨੇ ਜਿਹੜੇ ਸਾਧੇ ਗਏ ਨੇ ਆਪ ਦੇ ਵੱਲੋਂ। ਤਾਂ ਤਾਨਾਸ਼ਾਹੀ ਇਸ ਨੂੰ ਸਾਫ਼ ਤੌਰ ਤੇ ਕਿਹਾ ਗਿਆ। ਤਾਂ ਬੀਜੇਪੀ ਦੇ ਪਾਪਾਂ ਦਾ ਕੜਾ ਹੁਣ ਭਰ ਚੁੱਕਾ ਹੈ। ਤਾਂ ਆਪ ਦੇ ਵੱਲੋਂ ਇਹ ਵੀ ਜਿਹੜਾ ਕਿ ਨਿਸ਼ਾਨਾ ਸਾਧਿਆ ਗਿਆ। आपके वरिष्ठ नेता और पंजाब के सहप्रभारी सतेन जैन जी को गिरफ्तार कर लिया गया है और भारतीय जनता पार्टी सरकार की यही नीति है। जो सरकार काम करे उसको डिस्टर्ब करो, उसको रोको, उसके ऊपर हर तरीके से दबाव बनाओ। आपको याद होगा दिल्ली चुनाव के पहले आम आदमी पार्टी के नेता अरविंद केजरीवाल जी को गिरफ्तार कर लिया गया था, मनीष सिसोदिया जी को गिरफ्तार कर लिया गया था, सतेन जैन जी को गिरफ्तार कर लिया गया था, मुझे गिरफ्तार कर लिया गया था। मकसद एक ही था, दिल्ली का चुनाव डिस्टर्ब करना, दिल्ली के चुनाव को एन केन प्रकारेण साम दाम दंड भेद हर तरीके से जीतना। और वही काम अब ये पंजाब चुनाव के पहले कर रहे हैं। पहले संजीव अरोड़ा जी को गिरफ्तार किया जाता है, फिर अनाप शनाप छापे मारे जाते हैं और आज फिर से सतेन जैन जो पंजाब के सहप्रभारी हैं, पंजाब के सहप्रभारी के तौर पे वो संगठन का काम कर रहे थे, उनको गिरफ्तार कर लिया गया पंजाब चुनाव को प्रभावित करने के लिए। क्योंकि सरकार बौखलाई हुई है, भाजपा बौखलाई हुई है
मोदी जी और अमित शाह को समझ में नहीं आ रहा कि पंजाब में क्या करें। उन्होंने हाथ पैर मार के देख लिया, लेकिन उनको कुछ समझ में नहीं आ रहा कि पंजाब में करें तो क्या करें। वहां बेहतरीन शिक्षा देने का काम सरकार ने किया, वहां बिजली फ्री और महिलाओं के लिए 1,000 रुपए 1,500 रुपए की स्कीम लागू की, बुजुर्गों के लिए तीर्थ यात्रा लागू की, मेडिकल इंश्योरेंस दिया 10 लाख रुपए तक का। तो मुझे लगता है कि ये इतना काम करने के बाद बीजेपी को पता चल गया है कि उनकी पंजाब में कोई दाल गलनी नहीं है, और इसलिए ये हथकंडे अपनाए जा रहे हैं। मोदी जी, मैं आपसे सिर्फ इतना कहना चाहता हूं, पूरा देश आपकी इस तानाशाही को देख रहा है। किस तरह से आप आम आदमी पार्टी को टारगेट करके एक एक नेता को गिरफ्तार करते हैं, जेल में डालते हैं, ये पूरा देश देख रहा है। और मुझे लगता है कि अब पाप का घड़ा भर गया है। जनता आपके इन कृत्यों का जवाब देगी, आपकी इस तानाशाही का जवाब देगी। अब इससे ज्यादा और क्या सबूत चाहिए कि बीजेपी को आम आदमी पार्टी से डर लगता है, और भयंकर डर लगता है। अब सोचिए कि 2022 में सत्येंद्र जैन हिमाचल प्रदेश के प्रभारी होते थे। चुनाव से ठीक पहले मई 2022 में सत्येंद्र जैन को गिरफ्तार कर लिया गया ताकि हिमाचल का आम आदमी पार्टी का पूरा इलेक्शन कैंपेन डीरेल हो जाए। 2 साल तक उनको जेल में रखा, तरह तरह की यातना दी, उनके परिवार को परेशान किया, और उसके बाद सबूत तो थे नहीं इनके पास किसी मुद्दे पर। सत्येंद्र जैन बाहर आ गए, उनको पंजाब का सह प्रभारी बनाया गया। अब पंजाब में चुनाव आने वाले हैं, तो जहां जहां बीजेपी को लगता है कि चुनाव में लड़के वो आम आदमी पार्टी का मुकाबला नहीं कर सकती, तो फिर वो अपनी एजेंसियों का इस्तेमाल करती है, फिर वो ये हथकंडे अपनाती है। इतना फर्जी केस है, आप खुद सोचिए। मई 2022 से सत्येंद्र जैन जेल में है, और एक ऐसे टेंडर के लिए जो अक्टूबर 2022 में हुआ, उसके लिए सत्येंद्र जैन को गिरफ्तार किया गया। इतना फर्जी केस है कि किसी को भी इस पर यकीन नहीं होगा। लेकिन सबसे बड़ी बात यह है कि बीजेपी का डर इन सारी घटनाओं से, उसकी तानाशाही बिल्कुल खुल के सामने आती है। अरे डरपोक मोदी, डरते क्यों हो? हिम्मत है तो चुनाव में मुकाबला करो। इस तरीके से अपनी तानाशाह एजेंसियों का इस्तेमाल करके, पुलिस का इस्तेमाल करके, तानाशाही का जो डर तुम बनाना चाहते हो, जेनजी ने उस डर को हवा कर दिया है। पूरे देश ने तुमसे डरने से इनकार कर दिया है, और आम आदमी पार्टी के नेताओं को और कार्यकर्ताओं को नहीं डरा पाओगे। कितनी तैसे खबरों ते होर गलबात दे लई कैबिनेट मंत्री साडे नाल बरिंदर गोयल जी जुड़ चुके ने। थोड़ा बहुत बहुत स्वागत है सर लिविंग इंडिया न्यूज़ ते। जी थैंक यू जी। ਤਾਂ ਸਤਿੰਦਰ ਜੈਨ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ, ਤਾਂ ਜਿੱਥੇ ਕਿ ਹੁਣ ਆਪ ਦੇ ਵੱਲੋਂ ਵੀ ਜਿਹੜੇ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਦੋਂ ਦਿਲ ਕਰਦਾ ਹੈ ਉਹਦੇ ਝੂਠੇ ਇਲਜ਼ਾਮ ਲਗਾ ਕੇ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਹੁਣ ਜਿਸ ਤੇ ਕਿ ਸਿਆਸੀ ਘਮਾਸਾਨ ਵੀ ਕਿਤੇ ਨਾ ਕਿਤੇ ਛਿੜਦਾ ਹੋਇਆ ਨਜ਼ਰ ਆ ਰਿਹਾ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਬਿਲਕੁਲ ਇਹ ਪੰਜਾਬ ਦੇ ਇਲੈਕਸ਼ਨ ਨੂੰ ਅੱਗੇ ਰੱਖ ਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜੀ। ਸਤਿੰਦਰ ਜੈਨ ਜੀ ਨੂੰ ਪਹਿਲਾਂ ਕਿਸੇ ਬਿਨਾਂ ਵਜ੍ਹਾ ਤੇ ਪਹਿਲਾਂ 19 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ, ਔਰ ਜੇਲ੍ਹ ਦੇ ਵਿੱਚ ਉਹਨਾਂ ਨਾਲ ਜਿਹੜਾ ਜਿਹਾ ਵਿਹਾਰ ਕੀਤਾ ਗਿਆ ਉਹ ਵੀ ਦੁਨੀਆ ਦੇ ਸਾਹਮਣੇ ਹੈ। ਇਹ ਹਰ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਡਰਾਉਣਾ ਚਾਹੁੰਦੇ ਨੇ, ਆਮ ਆਦਮੀ ਪਾਰਟੀ ਤੇ ਤਸ਼ੱਦਦ ਕਰ ਰਹੇ ਨੇ, ਕਿਉਂਕਿ ਖਤਰਾ ਇਹਨਾਂ ਨੂੰ ਇਕੱਲੇ ਆਮ ਆਦਮੀ ਪਾਰਟੀ ਤੋਂ ਹੈ। ਬਟ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦੇ ਲਈ ਕੋਈ ਜਗ੍ਹਾ ਨਹੀਂ ਹੈ ਜੀ। ਪਰ ਮੈਂ ਖਾਸ ਤੌਰ ਤੇ ਕਹਿ ਸਕਦਾ, ਪੰਜਾਬ ਦੇ ਵਿੱਚ ਲੋਕ ਇਸ ਗੱਲ ਨੂੰ ਕੋਈ ਪਸੰਦ ਨਹੀਂ ਕਰਦੇ। ਅਸੀਂ ਤੇ ਖੁੱਲ੍ਹਾ ਕਿਹਾ, ਕਿਤੇ SIR ਦੀਆਂ ਡੇਟਾਂ ਬਦਲਤੀਆਂ, ਕਦੇ ਕੁਝ ਕਰ ਲਿਆ, ਕਦੇ ਕੁਝ ਕਰ ਲਿਆ। ਇਲੈਕਸ਼ਨ ਲੜੋ, ਮੈਦਾਨ ਦੇ ਵਿੱਚ ਆਓ, ਲੋਕ ਜਿਹਨੂੰ ਚਾਹਣਗੇ ਵੋਟ ਪਾ ਦੇਣਗੇ। ਪਰ ਇਹ ਜੋ ਮੋਦੀ ਸਾਹਿਬ ਦਾ ਤਾਨਾਸ਼ਾਹੀ ਰਵੱਈਆ ਹੈ, ਇਹ ਮੈਂ ਕਹਿ ਸਕਦਾ ਕਿ ਇੱਕ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਇੱਕ ਹਮਲਾ ਹੈ ਕਿ ਤੁਸੀਂ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਲੋਕਾਂ ਨੂੰ ਇਨਸਾਫ ਦੇਣ ਦੇ ਲਈ ਬਣਾਈਆਂ ਗਈਆਂ ਸੀ ਕਨਸਟੀਟਿਊਸ਼ਨ ਦੇ ਤਹਿਤ, ਤੁਸੀਂ ਉਹਨਾਂ ਨੂੰ ਉਹਦੇ ਨਿੱਜੀ ਹਿੱਤਾਂ ਲਈ ਵਰਤ ਰਹੇ ਹੋ, ਜਿਹਦੀ ਸਾਰੀ ਜਿੰਦਾ ਜਾਗਦਾ ਉਦਾਹਰਨ ਹੈ। ਜਿਹੜੇ ਲੋਕ ਚਲੇ ਗਏ ਉਹ ਧੋਤੇ ਗਏ, ਤੇ ਜਿਹੜੇ ਲੋਕ ਨਹੀਂ ਗਏ ਉਹਨਾਂ ਦੇ ਈਡੀਆਂ ਦੇ ਸਕੰਜੇ ਕਸੇ ਜਾ ਰਹੇ। ਇਹ ਕੋਈ ਤਰੀਕਾ ਨਹੀਂ ਹੈ। ਪਰ ਤੁਸੀਂ ਇੱਕੋ ਹੀ ਕੇਸ ਦੇ ਵਿੱਚ ਹੁਣ ਨਵੀਂ ਗੱਲ ਕਰ ਲਈ ਇਹਨਾਂ ਨੇ। ਕੋਈ ਕਿਸੇ ਕਿਸਮ ਦੀ ਕੋਈ ਗੱਲ ਹੋਵੇ, ਕੋਈ ਨਵੀਂ ਗੱਲ ਹੋਵੇ, ਜੇਲ੍ਹ ਦੇ ਵਿੱਚ ਪਹਿਲਾਂ ਬੈਠੇ, ਜੇਲ੍ਹ ਦੇ ਵਿੱਚ ਬੈਠੇ ਉਹਨਾਂ ਨੇ ਹੋਰ ਕੋਈ ਕਾਰਵਾਈ ਕਰਤੀ। ਇਹ ਮਤਲਬ
ਬਹੁਤ ਗਲਤ ਤਰੀਕੇ ਦੇ ਨਾਲ ਇਹ ਇੱਕ ਐਸੀ ਰਵਾਇਤ ਪਾਉਣ ਜਾ ਰਹੇ ਨੇ ਜਿਹਦੇ ਨਤੀਜੇ ਬੜੇ ਖਤਰਨਾਕ ਹੋ ਸਕਦੇ ਨੇ। ਇਹ ਅੱਗ ਨਾਲ ਖੇਡ ਰਹੇ ਨੇ। ਇਹ ਕੋਈ ਤਰੀਕਾ ਨਹੀਂ ਹੈ ਇਹਨਾਂ ਦਾ। ਰਾਜਨੀਤੀ ਨੂੰ ਰਾਜਨੀਤਿਕ ਤੌਰ ਤੇ ਰੱਖਣਾ ਚਾਹੀਦਾ। ਇਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਆ ਗਈ ਕਿ ਅਸੀਂ ਪੂਰੇ ਦੇਸ਼ ਤੇ ਰਾਜ ਕਰਨਾ ਜੀ, ਪਰ ਇੱਥੇ ਦੁਨੀਆ ਹੋ ਬਾਗੀ, ਬੜੇ ਲੋਕ ਹੋ ਚਲੇ ਗਏ ਨੇ ਤੇ ਦੇਸ਼ ਉੱਥੇ ਹੀ ਖੜੇ ਹੈ। ਇਸ ਤਰ੍ਹਾਂ ਨਹੀਂ ਹੋਇਆ ਕਰਦਾ ਜਿਸ ਤਰ੍ਹਾਂ ਇਹ ਕੀਤਾ ਜਾ ਰਿਹਾ। ਇਸ ਦੀ ਅਸੀਂ ਨਿੰਦਾ ਕਰਦੇ ਹਾਂ ਸਖਤ ਸ਼ਬਦਾਂ ਦੇ ਵਿੱਚ। ਤੇ ਪਹਿਲਾਂ ਵੀ ਸਾਡੇ ਆਗੂ ਸਾਹਿਬਾਨ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ, ਕੇਜਰੀਵਾਲ ਸਾਹਿਬ ਨੂੰ ਪਾਇਆ, ਸੰਜੇ ਸਿੰਘ ਨੂੰ ਪਾਇਆ ਤੇ ਇਨਸਾਫ ਮਿਲਿਆ। ਇਸੇ ਤਰ੍ਹਾਂ ਹੁਣ ਹੋਣਾ ਬਿਲਕੁਲ। ਪਰ ਇਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਔਰ ਲੋਕ ਇਸ ਗੱਲ ਦਾ ਜਵਾਬ ਦੇਣਗੇ। ਲੋਕ ਤਿਆਰ ਬੈਠੇ ਨੇ। ਅੱਜ ਪੂਰੇ ਪੰਜਾਬ ਦੇ ਵਿੱਚ ਕੋਈ ਸਾਡੇ ਸਹਿ ਪਰਿਵਾਰੀ ਹੁੰਦਿਆਂ ਉਹਨਾਂ ਨੇ ਪੰਜਾਬ ਨੂੰ, ਪੰਜਾਬ ਦੇ ਵਿਕਾਸ ਦੇ ਲਈ ਕੋਈ ਆਪਣਾ ਯੋਗਦਾਨ ਪਾਇਆ ਇਹਦੇ ਵਿੱਚ। ਬਹੁਤ ਵੱਡਾ ਗੁੱਸਾ ਲੋਕਾਂ ਦੇ ਵਿੱਚ ਬਿਲਕੁਲ। ਲੋਕ ਆਪਦਾ ਗੁੱਸਾ ਜ਼ਾਹਰ ਵੀ ਕਰ ਰਹੇ ਨੇ। ਉਹ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ, ਕੇਂਦਰ ਦੀ ਸਰਕਾਰ ਨੂੰ ਸਭ ਕੁਝ ਹੋ ਜਾਏਗਾ, ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲਣਾ। ਬਾਜ਼ ਆਉਣ ਇਸ ਚੀਜ਼ ਤੋਂ ਤੇ ਇਸ ਤਰ੍ਹਾਂ ਏਜੰਸੀਆਂ ਨੂੰ ਨਾ ਹੀ ਯੂਜ਼ ਕਰਕੇ ਅਨਨੈਸੈਸਰੀ ਜਿਹੜਾ ਬਿਨਾਂ ਮਤਲਬ ਕਿਸੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਹੇ ਨੇ, ਨਾ ਕੀਤਾ ਜਾਵੇ ਜੀ। ਤਾਂ ਪੰਜਾਬ ਦੇ ਵਿੱਚ ਚੋਣਾਂ ਦਾ ਦੌਰ ਵੀ ਆ ਰਿਹਾ। ਉਸ ਤੋਂ ਪਹਿਲਾਂ ਇਹ ਗ੍ਰਿਫਤਾਰੀਆਂ ਜਿਹੜੀ ਹੋ ਰਹੀਆਂ ਨੇ, ਪਹਿਲਾਂ ਵੀ ਕਈ ਗ੍ਰਿਫਤਾਰੀਆਂ ਜਿਹੜੀ ਕਿ ਈਡੀ ਦੇ ਵੱਲੋਂ ਵੀ ਰੇਡ ਕੀਤੀ ਗਈ, ਆਪ ਆਗੂਆਂ ਨੂੰ ਜਿਹੜੀ ਗ੍ਰਿਫਤਾਰੀ ਕੀਤੀ ਗਈ, ਜੇਲ੍ਹਾਂ ਦੇ ਵਿੱਚ ਵੀ ਪਾਇਆ ਗਿਆ। ਤਾਂ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਕੀ ਹੈ ਚੋਣਾਂ ਦਾ ਦੌਰ ਆ ਰਿਹਾ। ਉਸ ਤੋਂ ਪਹਿਲਾਂ ਇਹ ਗ੍ਰਿਫਤਾਰੀ, ਇਸ ਤੇ ਹੁਣ ਕਹਿ ਸਕਦੇ ਹਾਂ ਕਿ ਚੋਣਾਂ ਦੇ ਵਿੱਚ ਵੀ ਜਿਹੜਾ ਬੀਜੇਪੀ ਦੀ ਤਾਨਾਸ਼ਾਹੀ ਇੱਕ ਕਹਿ ਸਕਦੇ ਹਾਂ ਕਿ ਦੇਖੀ ਜਾ ਰਹੀ, ਜਿਵੇਂ ਆਪ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ, ਤਾਂ ਕਿ ਇੱਕ ਕਹਿ ਸਕਦੇ ਹਾਂ ਰਾਜਨੀਤੀ ਇੱਕ ਸਿੱਧਾ ਤੌਰ ਤੇ ਕੀਤੀ ਜਾ ਰਹੀ ਹੈ। ਦੇਖੋ ਗੱਲ ਇਸ ਤਰ੍ਹਾਂ ਹੈ ਜੀ, ਸਾਡੀ ਪੰਜਾਬ ਦੀ ਧਰਤੀ, ਅਸੀਂ ਸਰਬੱਤ ਦਾ ਭਲਾ ਚਾਹੁਣ ਵਾਲੇ ਲੋਕ ਹਾਂ। ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਇੱਥੇ ਅਜਿਹੀਆਂ ਗੱਲਾਂ ਪਿੱਛੇ ਕੋਈ ਜਗ੍ਹਾ ਨਹੀਂ ਹੈਗੀ ਜੀ। ਨਾ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ, ਨਾ ਲੋਕ ਇਸ ਗੱਲ ਨੂੰ ਪਸੰਦ ਕਰਦੇ ਨੇ। ਇਹ ਇਹਨਾਂ ਦਾ ਬਿਹਾਰ, ਬੰਗਾਲ ਦੇ ਵਿੱਚ ਚੱਲ ਗਿਆ ਇਹਨਾਂ ਦਾ ਇਸ ਤਰ੍ਹਾਂ ਜੀ। ਇੱਥੇ ਨਹੀਂ ਚੱਲਣ ਵਾਲਾ ਹੈਗਾ। ਇੱਥੇ ਤਾਂ ਲੋਕ ਸਿੱਧੇ ਸਾਦੇ ਤੇ ਸਿੱਧੇ ਕੰਮ 'ਚ ਵਿਸ਼ਵਾਸ ਕਰਦੇ ਨੇ। ਹੁਣ ਚਿੰਤਾ ਇਸ ਗੱਲ ਦੀ ਹੈ ਕਿ ਜੋ ਕੰਮ ਸਾਡੀ ਸਰਕਾਰ ਨੇ ਕੀਤੇ ਨੇ ਇਹ 50 ਸਾਲਾਂ 'ਚ ਨਹੀਂ ਕਰ ਸਕੀ। ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਰਹੀ, ਕੇਂਦਰ ਦੇ ਵਿੱਚ ਕਰ ਰਹੀ। ਪਾਣੀਆਂ ਦੇ ਮਸਲੇ ਇਹਨਾਂ ਨੇ ਲਟਕਾ ਕੇ ਰੱਖੇ, ਪਾਣੀਆਂ ਤੇ ਲੜਾਈਆਂ ਕਰਾਉਂਦੇ ਰਹੇ। ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪਾਣੀ ਦੇਤਾ ਜੀ, ਹਰ ਖੇਤ ਨੂੰ ਪਾਣੀ ਦੇਤਾ। ਅਸੀਂ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਵੀ ਕਿਉਂ ਕੰਮ ਕੀਤੇ ਜਾ ਰਹੇ ਨੇ। ਇਸ ਕਰਕੇ ਕੰਮ ਦੀ ਰਾਜਨੀਤੀ ਦੀ ਬਜਾਏ ਇਹ ਧੱਕੇ ਦੀ ਰਾਜਨੀਤੀ, ਡਰਾਉਣ ਦੀ ਰਾਜਨੀਤੀ ਤੇ ਉਤਰੇ ਹੋਏ ਨੇ। ਪਰ ਅਸੀਂ ਕੰਮ ਦੀ ਰਾਜਨੀਤੀ ਕਰ ਰਹੇ ਹਾਂ ਜੀ। ਬਿਲਕੁਲ। ਇਸ ਤਰ੍ਹਾਂ ਸਾਡੇ ਆਗੂਆਂ ਨੂੰ ਇਹ ਡਰਾ ਨਹੀਂ ਸਕਣਗੇ। ਪਹਿਲਾਂ ਵੀ ਕੁਝ ਨਹੀਂ ਹੋਇਆ ਤੇ ਹੁਣ ਵੀ ਕੁਝ ਨਹੀਂ ਹੋਣ ਵਾਲਾ। ਤੇ ਗਰੇਜ ਕਰਨ ਇਸ ਚੀਜ਼ ਜੀ, ਕਿਉਂਕਿ ਪੰਜਾਬ ਬੜਾ ਸੈਂਸਿਟਿਵ ਸਟੇਟ ਹੈ। ਪੰਜਾਬ ਨੇ ਬਹੁਤ ਪਹਿਲਾਂ ਸੰਤਾਪ ਹੰਢਾਏ ਨੇ ਜੀ। ਇਹਨਾਂ ਲੋਕਾਂ ਦੇ ਕਾਰਨਾਮਿਆਂ ਕਰਕੇ ਸੰਤਾਪ ਹੰਢਾਏ ਨੇ। ਕਦੇ ਕਿਸੇ ਨੇ ਕਿਸੇ ਨੂੰ ਖੜਾ ਕਰ ਲਿਆ, ਕਦੇ ਕਿਸੇ ਨੇ ਖੜਾ ਕਰ ਲਿਆ। ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਜੀ। ਗੋਇਲ ਜੀ, ਤਾਂ ਇਹ ਸਾਰੀ ਜਾਣਕਾਰੀ ਦੇਣ ਦੇ ਲਈ, ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ ਤੁਹਾਡਾ ਧੰਨਵਾਦ। ਤਾਂ ਵੱਡੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ। ਤਾਂ ਸਤਿੰਦਰ ਜੈਨ ਜੋ ਕਿ ਪੰਜਾਬ ਤੋਂ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ, ਦਿੱਲੀ ਪੁਲਿਸ ਦਾ ਐਕਸ਼ਨ ਇਹ ਦੇਖਣ ਨੂੰ ਮਿਲਿਆ। ਤਾਂ ਗ੍ਰਿਫਤਾਰੀ ਤੇ ਹੁਣ ਸਿਆਸੀ ਘਮਾਸਾਨ ਵੀ ਜਿਵੇਂ ਛਿੜਦਾ ਹੋਇਆ ਨਜ਼ਰ ਆ ਰਿਹਾ। ਤਾਂ ਸਾਡੇ ਨਾਲ ਕੈਬਨਿਟ ਮੰਤਰੀ ਵਰਿੰਦਰ ਗੋਇਲ ਜੁੜੇ ਸੀ, ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਇਹ ਜਿਹੜੀ ਕਿ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਹੈ ਜਿਹੜੀ ਕੀਤੀ ਜਾ ਰਹੀ ਹੈ ਆਪ ਦੇ ਉੱਪਰ।